ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸੋ ਦਰ ਰਾਗ ਆਸਾ ਮਹਿਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਭਰੀ ਸਿਉ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਧਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਣ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਣ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਸੋ ਜਿਵੇਂ ਆਪ ਸਾਰਿਆਂ ਨੂੰ ਪਤਾ ਹੈ, ਪਿਛਲੇ ਸਮੇਂ ਤੋਂ ਆਪਾਂ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਸਾਰਿਆਂ ਦੇ ਨਾਲ ਸਾਂਝੀ ਕਰਦੇ ਆ ਰਹੇ ਹਾਂ। As you all know, we have been bringing forth the Ladiwar translation of Japji Sahib with the Sangat. A few days back, this translation was completed, so now we will be moving on to the next Bani that comes in Guru Granth Sahib Ji. ਆਓ ਇਸ ਲੜੀ ਨੂੰ ਅੱਗੇ ਤੋਰਦੇ ਹਾਂ। ਸੋਦਰ ਦੀ ਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। Let us try to understand what Guru Pasha is explaining to us in the Bani of Sodar. And we have just listened to the first Shabad that comes when we read the Bani of Sodar, and a lot of us are familiar with this Shabad as well. ਆਪਾਂ ਸਾਰਿਆਂ ਨੇ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਸੋਦਰ ਦੀ ਬਾਣੀ ਦਾ ਪਹਿਲਾ ਸ਼ਬਦ ਸਰਵਣ ਕੀਤਾ ਹੈ, ਔਰ ਬਹੁਤ ਸਾਰਿਆਂ ਨੂੰ ਪਤਾ ਹੋਵੇਗਾ ਕਿ ਇਹ ਸ਼ਬਦ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ। This Shabad also appears in Japji Sahib. And it appears once again in Rag Asa, और Asa Rag ਦੇ ਵਿੱਚ ਇਹ ਸ਼ਬਦ ਵੀ ਆਉਂਦਾ ਹੈ। ਸੋ ਕੁੱਲ ਮਿਲਾ ਕੇ 3 ਵਾਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦਰਜ ਹੈ। ਕੁਝ
ਮਾਤਰਾਵਾਂ ਦਾ ਫਰਕ ਹੈ, ਸ਼ਬਦਾਂ ਦਾ ਫਰਕ ਹੈ, ਪਰ ਸਾਰ ਅੰਸ਼ ਇਸ ਸ਼ਬਦ ਦਾ ਬਿਲਕੁਲ ਸੇਮ ਹੈ। There is a difference in the words that Guru Pasha used in these shabds, but the message of all three shabds is the same. ਸੋ ਆਓ ਇਸ ਸ਼ਬਦ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕਿ ਗੁਰੂ ਪਾਤਸ਼ਾਹ ਕੀ ਸਮਝਾਉਣਾ ਚਾਹੁੰਦੇ ਸਨ ਸਾਨੂੰ। ਵੀ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲਿਆ। Now, as we discussed when we covered this shabd in Japji Sahib, ਜਦੋਂ ਇਹ ਪੌੜੀ ਜਪਜੀ ਸਾਹਿਬ ਜੀ ਦੇ ਵਿੱਚ ਆਈ ਸੀ, ਉਸ ਵੇਲੇ ਵੀ ਅਸੀਂ ਬੇਨਤੀ ਕੀਤੀ ਸੀ ਕਿ ਇਹ ਉਸ ਵੇਲੇ ਦੀਆਂ ਪ੍ਰਚਲਿਤ ਮਨੌਤਾਂ ਸਨ ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬ ਜੀ ਨੇ ਗੱਲ ਕੀਤੀ, ਜਿਨ੍ਹਾਂ ਦੀਆਂ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਵਰਤੀਆਂ। Now, these were already prevalent beliefs in that society of that time. God lives in the seventh heaven somewhere. God has a court in the sky and this is what his court is like. ਵੀ ਰੱਬ ਜੀ ਦਾ ਦਰਬਾਰ ਸੱਤਵੇਂ ਅਸਮਾਨ ਤੇ ਹੈ ਤੇ ਉਸ ਦਰਬਾਰ ਦੇ ਵਿੱਚ ਇਦਾਂ ਦਾ ਮਾਹੌਲ ਹੈ ਵੀ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ। There are many people who are there singing God's praises. ਉਸ ਵੇਲੇ ਦੀਆਂ ਪ੍ਰਚਲਿਤ ਮਨੌਤਾਂ ਸਨ ਕਿ ਉਸ ਦਰਬਾਰ ਦੇ ਵਿੱਚ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ, ਵੀ ਬਹੁਤ ਸਾਰੇ ਲੋਕ ਰੱਬ ਜੀ ਦੇ ਗੁਣ ਗਾ ਰਹੇ ਹਨ। ਔਰ ਸਾਡਿਆਂ ਇਤਿਹਾਸਕਾਰਾਂ ਨੇ ਬਹੁਤ ਧੱਕਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਖਸੀਅਤ ਨਾਲ, ਸਾਡਿਆਂ ਗੁਰੂ ਪਾਤਸ਼ਾਹਾਂ ਜੀ ਦੀਆਂ ਸ਼ਖਸੀਅਤਾਂ ਦੇ ਨਾਲ ਕੀਤਾ ਹੈ। ਜਦੋਂ ਸਾਖੀਆਂ ਉਹਨਾਂ ਨੇ ਸੁਣਾਈਆਂ, ਉਹਨਾਂ ਨੇ ਇਦਾਂ ਲਿਖਿਆ ਗ੍ਰੰਥਾਂ ਦੇ ਵਿੱਚ, ਸੂਰਜ ਪ੍ਰਕਾਸ਼ ਵਰਗਿਆਂ ਗ੍ਰੰਥਾਂ ਦੇ ਵਿੱਚ, ਕਿ ਗੁਰੂ ਪਾਤਸ਼ਾਹ ਜਦੋਂ ਨਦੀ ਦੇ ਵਿੱਚ ਅਲੋਪ ਹੋ ਗਏ ਸਨ ਤੇ ਉਹ ਰੱਬ ਜੀ ਦੇ ਦਰਬਾਰ ਦੇ ਵਿੱਚ ਗਏ ਸਨ ਤੇ ਰੱਬ ਜੀ ਦੇ ਦਰਬਾਰ ਦਾ ਜਦੋਂ ਉਹਨਾਂ ਨੇ ਮਾਹੌਲ ਦੇਖਿਆ ਉਦੋਂ ਇਹ ਸ਼ਬਦ ਉਚਾਰਨ ਕੀਤਾ। ਵੀ ਇਨ ਸੂਰਜ ਪ੍ਰਕਾਸ਼ ਗ੍ਰੰਥ it says when Guru Pasha disappeared into the river for 3 days, they went to God's court and in that court they saw this scene which they depicted in this shabd. Now obviously we do not believe that Guru Pasha disappeared in a river for 3 days, but this is the belief of our main historical figures, or main historians who wrote our so-called history. ਇਹ ਸਾਡਾ ਮੰਨਣਾ ਨਹੀਂ ਕਿ ਗੁਰੂ ਪਾਤਸ਼ਾਹ ਵੀ ਨਦੀ ਦੇ ਵਿੱਚੋਂ ਲੋਪ ਹੋ ਗਏ ਸਨ, ਰੱਬ ਜੀ ਦੇ ਦਰਬਾਰ ਦੇ ਵਿੱਚ ਗਏ ਸਨ, ਫਿਰ ਆਣ ਕੇ ਉਹਨਾਂ ਨੇ ਸ਼ਬਦ ਉਚਾਰਨ ਕੀਤਾ। ਨਹੀਂ, ਸਾਡੇ ਸਕਾਲਰਾਂ ਦਾ, ਸਾਡਿਆਂ ਵਿਦਵਾਨਾਂ ਦਾ, ਸਾਡਿਆਂ ਇਤਿਹਾਸਕਾਰਾਂ ਦਾ, ਜਿਹਨੂੰ ਆਪਾਂ ਮਹਾਨ ਕਵੀ ਕਹਿੰਦੇ ਆ, ਉਹਨਾਂ ਦਾ ਮੰਨਣਾ ਇਹ ਹੈ। ਹੁਣ ਧਿਆਨ ਨਾਲ ਸੁਣਿਓ ਜੀ। ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ ਪਰੀਸਿਓ ਕਹੀਆਂ ਕੀਤੇ ਤੇਰੇ ਗਾਵਣ ਹਾਰੇ। Guru Pasha says that the people of the world believe that the ragas are there, that there is continuous music going on in God's court. Everyone is singing God's praises in that court. ਲੋਕਾਂ ਦਾ ਮੰਨਣਾ ਹੈ, ਸਮਾਜ ਦਾ ਮੰਨਣਾ ਹੈ, ਧਰਮਾਂ ਦਾ ਮੰਨਣਾ ਹੈ ਕਿ ਰੱਬ ਜੀ ਦੇ ਦਰਬਾਰ ਦੇ ਵਿੱਚ ਉੱਥੇ ਸਾਰੇ ਇਕੱਠੇ ਹੋ ਕੇ ਉਹਦੀਆਂ ਸਿਫਤਾਂ ਕਰ ਰਹੇ ਹਨ, ਵੀ ਰਾਗਾਂ ਵੀ ਇਕੱਠੀਆਂ ਹੋ ਕੇ ਗਾ ਰਹੀਆਂ ਹਨ, ਪਰੀਆਂ ਵੀ ਇਕੱਠੀਆਂ ਹੋ ਕੇ ਗਾ ਰਹੀਆਂ ਹਨ। ਕਿਤੇ ਤੇਰੇ ਰਾਗ ਪਰੀਸਿਓ ਕਹੀਆਂ ਕਿਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋਂ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ। The people used to believe that the air is a goddess, that the water is a goddess, that the fire is a goddess, and Guru Pasha says that the religions of that time said, the Hindu religion specifically said, that all these gods and goddesses are in God's court singing his praises. The judge, the righteous judge who judges our actions is also there singing God's praises. ਵੀ ਉਸ ਵੇਲੇ ਦੇ ਲੋਕੀ ਮੰਨਦੇ ਸਨ ਵੀ ਦਾ ਪਵਨ ਦੇਵਤਾ, ਪਾਣੀ ਦੇਵਤਾ, ਅਗਨ ਦੇਵਤਾ, ਧਰਮਰਾਜ ਸਾਰੇ ਇਕੱਠੇ ਹੋਏ ਸਨ ਤੇ ਉਹ ਰੱਬ ਦੇ ਗੁਣ ਗਾ ਰਹੇ ਸਨ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਵੀ the Chitragupta was also there, the two entities that sit on our shoulders according to Hindu religion. One writes your good deeds, one writes your bad deeds, and then they give that account to Dharmaraj so that he could judge you. But Guru Pasha said, no, everything is happening on the inside. They were just depicting God's court is on the inside. God lives within you. You are the judge of your own actions.
No one else can hold you accountable, but this was the belief of religions at that time. So to explain their opinion, they had to use examples that the people of the world could easily grasp. ਵੀ ਚਿੱਤਰਗੁਪਤਾ ਵੀ ਉੱਥੇ ਹੈ ਤੇ ਉਹ ਲਿਖ ਕੇ ਆਪਦਾ ਅਕਾਊਂਟ ਧਰਮਰਾਜ ਨੂੰ ਦਿੰਦੇ ਹਨ ਤੇ ਧਰਮਰਾਜ ਤੁਹਾਨੂੰ ਸਜ਼ਾ ਦੇਵੇਗਾ ਵੀ ਆ ਕੰਮ ਤੂੰ ਕੀਤਾ ਆ ਤਾਂ ਆ ਸਜ਼ਾ ਤੈਨੂੰ ਭੁਗਤਣੀ ਪਵੇਗੀ ਜਾਂ ਫਿਰ ਧਰਮਰਾਜ ਕਹਿੰਦਾ ਨਹੀਂ ਤੂੰ ਸਵਰਗਾਂ ਨੂੰ ਜਾ ਸਕਦਾ। ਯਾਨੀ ਕਿ ਵੀ ਜਿਸ ਗੁਰੂ ਪਾਤਸ਼ਾਹ ਨੇ ਡੰਕੇ ਦੀ ਚੋਟ ਤੇ ਗੱਲ ਕਹੀ ਹੋਏ ਵੀ ਦੇ ਕੇ ਵਾਰ ਅਨਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ चित्रगुप्त जब लेखा मंगे तब कौन पढ़दा तेरा ढाके की वो ये गल लिख सकते हैं भी रब दे दरबार दे विच चित्रगुप्त आपदा अकाउंट धर्मराज नूं फड़ाउंदे हन कि गुरु पातशाह दा लिख सकते हैं भी धर्मराज उत्थे बैठा रब दे दरबार दे विच भी अगन देवता भी बैठा पानी देवता भी बैठा पवन देवता भी बैठा। जरा कॉमन सेंस दे नाल सोच के देखो गुरबाणी दे नजरिए नाल सोच के देखो कि गुरु पातशाह इदां दियां गल्लां कर सकते सन भी मेरा मनना यह है भी रब दे दरबार विच इदां हुंदा नहीं। आपदी गल समझाउण लई लोकां दियां प्रचलित उदाहरणां नूं उन्हां नूं वरतना पिया भी लोकी ये गल सौखी समझ सकदे आ। मैं आ उदाहरण उन्हां दे अगे पेश करां ते बाद चों मैं आपदी गल कहां। गावन तुदनो चित गुप्त लिख जानन लिख लिख धर्म विचारे गावन तुदनो ईश्वर ब्रह्मा देवी सोहन तेरे सदा सवारे। The people of the world believed that Shiv was in God's court singing praises, Brahma was in God's court singing praises, Vishnu was in God's court singing praises. We all these three main goddesses. Shiv was the goddess of death, Brahma was the one who created everything, and Vishnu was the one who sustained the earth, who sustains everything. Think with common sense for 1 second. Can Guru Pasha depict this is the scene in God's court? Can Guru Pasha believe in these mythological characters, in these mythological gods and goddesses? And you will come to the conclusion that no, this is not Guru Pasha's opinion. Guru Pasha's opinion is found later on in this shabd. ਵੀ ਗਾਵਣ ਤੁਦਨੋਂ ਇੰਦਰ ਆਸਣ ਬੈਠੇ ਦੇਵਤੇ ਅੰਦਰ ਨਾਲੇ ਵੀ ਇੰਦਰ ਦੇਵਤਾ the ruler of the heavens he is also there singing God's praises ਵੀ ਇੰਦਰ ਵੀ ਸਵਰਗਾਂ ਦਾ ਮਾਲਕ ਵੀ ਉੱਥੇ ਰੱਬ ਜੀ ਦੇ ਗੁਣ ਗਾ ਰਿਹਾ ਹੈ। ਦੇਵੀ ਦੇਵਤੇ the all the Hindu gods and goddesses are there singing God's praises ਦੇਵੀ ਦੇਵਤੇ ਵੀ ਇਕੱਠੇ ਹੋ ਕੇ ਰੱਬ ਦੇ ਗੁਣ ਗਾ ਰਹੇ ਹਨ। ਗਾਵਣ ਤੁਦਨੋਂ इंद इंद्रासन बैठे देवते अंदर नाले गावण तुदनो सिद्ध समाधि अंदर गावण तुदनो वीर करारे। We the Siddhs are also there singing God's praises. We it was a religious sect in India at that time. Mythological warriors are also there singing God's praises. We ਤਰ੍ਹਾਂ ਤਰ੍ਹਾਂ ਦੇ ਸਿੱਧ ਵੀ ਉੱਥੇ ਇਕੱਠੇ ਹੋਏ ਆ ਸਮਾਧੀਆਂ ਲਾ ਲਾ ਰੱਬ ਦੇ ਗੁਣ ਗਾ ਰਹੇ ਹਨ। ਵੀ ਤਰ੍ਹਾਂ ਤਰ੍ਹਾਂ ਦੇ योधे भी उत्थे इकट्ठे हुए हैं वह भी रब की सिफत कर रहे हैं। गावण तुदनों सिद्ध समाधि अंदर गावण तुदनों वीर करारे गावण तुदनों पंडित पढ़न रखीसर जुग जुग वेदा नाले there are pandits there singing God's praises as well, famous well known pandits that are in God's court. They are reading the texts of the Ved, trying to depict God's greatness, his glory. कहते उत्थे पंडित भी इकट्ठे हुए आ वड्डे वड्डे रखीशर भी इकट्ठे हुए आ ਉਹ ਵੇਦਾਂ ਨੂੰ ਪੜ ਕੇ ਰੱਬ ਦੇ ਗੁਣ ਗਾ ਰਹੇ ਹਨ। ਗਾਵਣ ਤੁਧਨੂੰ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੂੰ ਮੋਹਣੀਆਂ ਮਨ ਮੋਹਣ ਸੁਰਗ ਮੱਛ ਪਿਆਲੇ। There are beautiful women who enchant the people of the heavens, who enchant the people of the world, who enchant the people of the underworld there as well. Meaning, can Guru Nanak Pasha write these things from their own opinion, from their own perspective? I saw this happening in God's court. What kind of God is that who has this scene going on in his court? Not the God of Guru Nanak Pasha. मतलब भी उत्थे सोहणियां इस्त्रियां हन ਜਿਹੜੀਆਂ ਇਸਤਰੀਆਂ ਵੀ ਸੁਰਗਾਂ ਦੇ ਲੋਕਾਂ ਨੂੰ ਵੀ ਭਾਉਂਦੀਆਂ ਹਨ, ਸ੍ਰਿਸ਼ਟੀ ਦੇ ਲੋਕਾਂ ਨੂੰ ਵੀ ਭਾਉਂਦੀਆਂ ਹਨ, ਪਤਾਲਾਂ ਦੇ ਲੋਕਾਂ ਨੂੰ ਵੀ ਭਾਉਂਦੀਆਂ ਹਨ। ਮਤਲਬ ਗੁਰੂ ਪਾਤਸ਼ਾਹ ਇਹੋ ਜੀ ਗੱਲ ਆਪਣੇ ਨਜ਼ਰੀਏ ਤੋਂ ਕਹਿ ਸਕਦੇ ਹਨ ਆ ਰੱਬ ਦੇ ਦਰਬਾਰ ਵਿੱਚ ਹੋ ਰਿਹਾ ਹੈ।
मतलब किदां दा रब होवेगा, किदां दा ਉਹ ਦਰਬਾਰ ਹੋਵੇਗਾ ਜਿਸ ਦਰਬਾਰ ਦੇ ਵਿੱਚ ਆ ਸੀਨ ਚੱਲਦੀ ਹੋਵੇ। ਗੁਰੂ ਨਾਨਕ ਪਾਤਸ਼ਾਹ ਦਾ ਰੱਬ ਕਦੇ ਨਹੀਂ ਹੋ ਸਕਦਾ। ਉਹ ਤਾਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੁਰੂ ਪਾਤਸ਼ਾਹ ਨੇ ਆਪ ਦਾ ਨਜ਼ਰੀਆ, ਆਪ ਦੀ ਗੱਲ ਅਖੀਰ ਤੇ ਜਾ ਕੇ ਕਹਿੰਦੇ ਨੇ, ਗਾਵਣ ਤੁਧਨੋਂ ਮੋਹਣ ਜਾਂ ਮਨਮੋਹਣ ਸੁਰਗ ਮਚ ਪਿਆਲੇ, ਗਾਵਣ ਤੁਧਨੋਂ ਰਤਨ ਉਪਾਏ ਤੇਰੇ 68 ਤੀਰਥ ਨਾਲੇ। There are different types of devotees who are there singing God's praises. ਉੱਥੇ 68 ਤੀਰਥ ਵੀ ਇਕੱਠੇ ਹੋਏ ਆ। ਹੈਰਾਨੀ ਦੀ ਗੱਲ ਇਹ ਹੈ ਵੀ ਉੱਥੇ 68 ਤੀਰਥ ਵੀ ਰੱਬ ਦੇ ਦਰਬਾਰ ਦੇ ਵਿੱਚ ਇਕੱਠੇ ਹੋ ਕੇ ਰੱਬ ਦੇ ਗੁਣ ਗਾ ਰਹੇ ਹਨ। The 68 holy places, the 68 ਤੀਰਥs that were prevalent in the Hindu society are also there in God's court singing God's praises. ਗਾਵਣ ਤਨੂੰ ਜੋਧ ਮਹਾ ਬਲ ਸੂਰਾ, ਗਾਵਣ ਤਨੂੰ ਖਾਣੀ ਚਾਰੇ। There are famous warriors there ਵੀ ਉੱਥੇ ਮਿਥਾਸ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਯੋਧੇ ਹਨ ਜਿਹੜੇ ਉੱਥੇ ਰੱਬ ਦੇ ਗੁਣ ਗਾ ਰਹੇ ਹਨ। ਉੱਥੇ ਚਾਰੇ ਖਾਣੀਆਂ ਵੀ, ਕਿਉਂਕਿ ਮੰਨਦੇ ਸਨ ਜਿੱਦਾਂ ਪਵਨ ਦੇਵਤਾ, ਪਾਣੀ ਦੇਵਤਾ, ਅਗਨ ਦੇਵਤਾ, they believe that everything could become the embodiment of something. The goddess of fire is the embodiment of fire. ਮੰਨਦੇ ਸਨ ਇਦਾਂ। ਤਾਂ ਕਹਿੰਦੇ ਉਹ ਇਹ ਵੀ ਮੰਨਦੇ ਹਨ ਵੀ ਉੱਥੇ ਚਾਰੇ ਖਾਣੀਆਂ ਇਕੱਠੀਆਂ ਹੋਈਆਂ ਵਾ, ਤਾਂ ਉਹ ਵੀ ਰੱਬ ਦੇ ਗੁਣ ਗਾ ਰਹੇ ਹਨ। ਗਾਵਣ ਤੁਧਨੋਂ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। The galaxies there, the planets are also there singing God's praises. ਵੀ ਉੱਥੇ ਗਲੈਕਸੀਆਂ ਵੀ ਇਕੱਠੀਆਂ ਹੋਈਆਂ ਵਾ, ਉੱਥੇ ਗ੍ਰਹਿ ਵੀ ਇਕੱਠੇ ਹੋਏ ਆ, ਸਾਰੇ ਰੱਬ ਦੇ ਗੁਣ ਗਾ ਰਹੇ ਹਨ। ਪਰ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। Right now Guru Pasha is saying we only those sing that pujari wala Rab, the God that is an imagination of religious clergy, only those sing that God's praises who the pujari accepts as his own. ਕਹਿੰਦੇ ਨੇ ਉਹੀ ਉਸ ਪੁਜਾਰੀ ਵਾਲੇ ਰੱਬ ਦੇ ਗੁਣ ਗਾਉਂਦਾ ਹੈ, ਉਹੀ ਉਸ ਪੁਜਾਰੀ ਵਾਲੇ ਰੱਬ ਦੇ ਦਰਬਾਰ ਦੇ ਵਿੱਚ ਉਹਦੀਆਂ ਸਿਫਤਾਂ ਕਰ ਰਿਹਾ ਹੈ ਜਿਹੜੇ ਲੋਕ ਪੁਜਾਰੀ ਨੂੰ ਭਾਉਂਦੇ ਹਨ, ਜਿਨ੍ਹਾਂ ਲੋਕਾਂ ਦੇ ਆਸਰੇ ਪੁਜਾਰੀ ਦੀਆਂ ਦੁਕਾਨਾਂ ਚੱਲਦੀਆਂ ਹਨ। ਸਹੀ ਤੁਧਨੋਂ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਕਹਿੰਦੇ ਨੇ ਹੋਰ ਕੀਤੇ ਤੁਧਨੋਂ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਹਾ ਵਿਚਾਰੇ। ਵੀ when the pujari wants, he will just create other imaginative characters and he will place them in God's court like it is nothing. They are there singing as well. ਵੀ ਕਹਿੰਦੇ ਨੇ ਜਦੋਂ ਵੀ ਪੁਜਾਰੀ ਦਾ ਜੀ ਕੀਤਾ ਉਹਨੇ ਹੋਰ ਦੇਵੀ ਦੇਵਤੇ ਘੜ ਲੈਣੇ ਹਨ, ਹੋਰ ਇਦਾਂ ਮਿਥਾਸ ਤੋਂ ਫਿਗਰ ਘੜ ਲੈਣੇ ਹਨ, ਤੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਲੈਣਾ ਹੈ ਵੀ ਉਹ ਵੀ ਰੱਬ ਦੇ ਦਰਬਾਰ ਦੇ ਵਿੱਚ ਸਿਫਤਾਂ ਕਰ ਰਹੇ ਹਨ। ਵੀ ਨਾਨਕ ਕਿਹਾ ਵਿਚਾਰੇ, ਵੀ ਨਾਨਕ ਇਹਨਾਂ ਗੱਲਾਂ ਦੇ ਵਿੱਚ ਪੈਣਾ ਹੀ ਨਹੀਂ ਚਾਹੁੰਦਾ। ਠੀਕ ਆ, ਉਦਾਹਰਨਾਂ ਵਰਤਣੀਆਂ ਪੈਂਦੀਆਂ। Guru Pasha says, I do not want to even get into this topic. I have to use examples that are prevalent in society at that time, but this is my belief. ਕਹਿੰਦੇ ਠੀਕ ਆ, ਉਦਾਹਰਨਾਂ ਵਰਤਣੀਆਂ ਪੈਣਗੀਆਂ, ਪਰ ਆ ਮੇਰਾ ਮੰਨਣਾ ਇਹ ਹੈ ਕਿ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ, ਸਾਚੀ ਨਾਈ, that there is one universal law of nature that is controlling everything. It is true, and the wisdom that is connected to that law of nature, the understanding of that law of nature is also true as well. ਕਹਿੰਦੇ ਇੱਕੋ ਜਿਹਾ ਵਿਧਾਨ ਹੈ ਜਿਹੜਾ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਹ ਵੀ ਸੱਚਾ ਹੈ, ਤਾਂ ਉਹਨਾਂ ਨਿਯਮਾਂ ਦੇ ਸੰਬੰਧਿਤ ਜਿਹੜਾ ਸਮੁੱਚਾ ਗਿਆਨ ਹੈ ਉਹ ਵੀ ਹਮੇਸ਼ਾ ਲਈ ਸੱਚਾ ਹੈ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ, ਸਾਚੀ ਨਾਈ, ਹੈ ਭੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਵੀ those laws of nature are not going to go anywhere. They were there before everything was created. They are working in the creation today, and when everything ceases to exist, they will also be there as well.
ਗੁਰੂ ਪਾਤਸ਼ਾਹ ਕਹਿੰਦੇ ਉਹ ਵਿਧਾਨ ਕਿਤੇ ਜਾਂਦਾ ਨਹੀਂ, ਉਹ ਸਿਸਟਮ ਕਿਤੇ ਜਾਂਦਾ ਨਹੀਂ, ਉਹ ਲਾਅ ਆਫ ਨੇਚਰ ਕਿਤੇ ਜਾਂਦਾ ਨਹੀਂ, ਉਹ ਪਹਿਲੋਂ ਵੀ ਉੱਥੇ ਸੀ, ਅੱਜ ਵੀ ਕੁਦਰਤ ਦੇ ਵਿੱਚ ਉਹਨੂੰ ਚਲਾ ਰਿਹਾ ਹੈ। ਤਾਂ ਜਦੋਂ ਕੁਦਰਤ ਨੇ ਨਾਸ਼ ਹੋ ਜਾਣਾ ਹੈ ਨਾ, ਫਿਰ ਵੀ ਉਹ ਲਾਅ ਆਫ ਨੇਚਰ ਉੱਥੇ ਦਾ ਉੱਥੇ ਮੌਜੂਦ ਹੋਣਾ ਹੈ। ਨਾ ਆਪਾਂ ਬਾਣੀ ਵਿੱਚ ਪੜ੍ਹਦੇ ਆ ਨਾ ਵੀ ਮਿੱਥਿਆ ਵੀ ਬਰਨ ਚਹਿਨ ਨਾਹੀ ਕਿਛ ਰਚਨਾ, ਮਿੱਥਿਆ ਸਗਲ ਸਾਰਾ ਭਣਤ ਨਾਨਕ ਜਬ ਖੇਲ ਉਜਾਰੇ। ਜਦੋਂ ਸਾਰਾ ਕੁਝ ਖਤਮ ਹੋ ਜਾਣਾ ਨਾ, ਤਬ ਇੱਕ ਹੈ ਇੱਕ ਅੰਕਾਰਾ, ਉਹ ਵਿਧਾਨ ਉਸੇ ਦਾ ਉੱਥੇ ਹੀ ਰਹਿਣਾ ਹੈ, ਉਹ ਵਿਧਾਨ ਕਿਤੇ ਜਾਂਦਾ ਨਹੀਂ। ਜਨਮ ਨਾ ਮਰੇ ਨਾ ਆਵੇ ਜਾਏ, ਨਾਨਕ ਕਾ ਪ੍ਰਭ ਰਹਿ ਸਮਾਏ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। We from that law of nature different forms of the creation emerge। ਕਹਿੰਦੇ ਨੇ ਇੱਕੋ ਹੀ ਵਿਧਾਨ ਤੋਂ, ਇੱਕੋ ਸਿਸਟਮ ਤੋਂ ਤਰ੍ਹਾਂ ਤਰ੍ਹਾਂ ਦੇ ਰੂਪ ਹੋਣ ਦੇ ਵਿੱਚ ਆਏ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਤੇ ਨਾਲ ਵੀ ਕਹਤਾ, ਕਹਿੰਦੇ ਨੇ ਕਰ ਕਰ ਦੇਖਿਆ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। Guru Pasha says that law of nature is sustaining everything. That law of nature controls everything. ਕਹਿੰਦੇ ਨੇ ਉਹ ਕੁਦਰਤ ਦਾ ਵਿਧਾਨ ਦੇਖ ਰਿਹਾ ਹੈ, ਭਾਵ ਪਾਲਣਾ ਕਰ ਰਿਹਾ ਹੈ। ਹੁਣ ਜਿੱਦਾਂ ਆਪਾਂ ਕਹਿੰਦੇ ਆ ਆਮ ਕਰਕੇ, ਰਾਈਟ, we say that when a mother puts her child to sleep, right, ਜਦੋਂ ਮਾਂ ਬੱਚੇ ਨੂੰ ਬੈੱਡ ਤੇ ਪਾਉਂਦੀ ਹੈ ਵੀ ਇਹਨੇ ਸੋਣਾ ਹੈ, ਹੁਣ ਇਹਦਾ nap time ho gaya, it's nap time, he is going to go to sleep. And when he is asleep, the mother takes advantage of that opportunity and does the work that she couldn't do when her child is awake. ਤੇ ਜਦੋਂ ਬੱਚਾ ਸੌਂ ਜਾਂਦਾ ਹੈ ਨਾ, ਉਸ ਵੇਲੇ ਮਾਂ ਕੀ ਕਰਦੀ ਹੈ, ਉਹ ਆਪਣੇ ਕਾਰਜ ਕਰਦੀ ਹੈ, ਆਪਣੇ ਕੰਮ ਕਰਦੀ ਹੈ, ਜਿਹੜੇ ਕੰਮ ਬੱਚੇ ਦੇ ਨਾਲ ਉਹ ਨਹੀਂ ਸੀ ਕਰ ਸਕਦੀ। ਬੱਚਾ ਰੋ ਰਿਹਾ ਹੈ, ਉਹ ਕੱਪੜੇ ਨਹੀਂ ਸੀ ਧੋ ਸਕਦੀ, ਬੱਚਾ ਬੌਦਰ ਕਰਦਾ ਹੈ, ਉਹ ਆਪਦੇ ਕੰਮ ਨਹੀਂ ਸੀ ਕਰ ਸਕਦੀ। ਪਰ ਕੀ ਉਸ ਵੇਲੇ ਮਾਂ ਬੱਚੇ ਨੂੰ ਦੇਖ ਨਹੀਂ ਰਹੀ? Is she not keeping that child in her attention at all times? Is she not thinking about his well-being, thinking about how he is doing when he is asleep? The moment he starts crying, I will go run to his aid. ਕੀ ਉਸ ਬੱਚੇ ਬਾਰੇ ਸੋਚ ਨਹੀਂ ਰਹੀ? ਫਿਜ਼ੀਕਲੀ ਨਹੀਂ ਦੇਖ ਰਹੀ ਉਹ, ਪਰ ਪਾਲਣਾ ਕਰ ਰਹੀ ਹੈ ਉਸ ਵੇਲੇ ਵੀ। ਕਹਿੰਦੇ ਨੇ ਇਸੇ ਤਰ੍ਹਾਂ ਕਰ ਕਰ ਦੇਖਿਆ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਉਹ ਵਿਧਾਨ ਜਿਹੜਾ ਹੈ ਉਹ ਹਰੇਕ ਦੀ ਪਾਲਣਾ ਕਰ ਰਿਹਾ ਹੈ। ਬਸ ਬੰਦਾ ਹੀ ਆ ਜਿਹੜਾ ਉਸ ਵਿਧਾਨ ਦੇ ਮੁਤਾਬਕ ਚੱਲਣਾ ਨਹੀਂ ਚਾਹੁੰਦਾ। ਬੱਚਾ ਵੀ ਕਈ ਵਾਰ ਰੋਂਦਾ ਹੈ ਨਾ, ਵੀ ਮਾਂ ਦੇ ਨਾਲ ਰੁੱਸ ਜਾਂਦਾ ਹੈ, ਗੁੱਸੇ ਹੋ ਜਾਂਦਾ ਹੈ, ਪਰ ਮਾਂ ਨੂੰ ਪਤਾ ਹੈ ਇਸ ਬੱਚੇ ਨੂੰ ਕੀ ਚਾਹੀਦਾ ਹੈ। ਕਹਿੰਦੇ ਨੇ ਕੁਦਰਤ ਦਾ ਵਿਧਾਨ ਜਿਹੜਾ ਹੈ ਉਹ ਸੈੱਟ ਹੈ, ਬੰਦਾ ਹੀ ਆ ਜਿਹੜਾ ਉਸ ਵਿਧਾਨ ਦੀ ਉਲੰਘਣਾ ਕਰਦਾ ਹੈ। ਕਰ ਕਰ ਦੇਖਿਆ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਹਿਣਾ ਜਾਏ। ਵੀ ਜੋ ਵੀ ਉਹਨਾਂ ਨਿਯਮਾਂ ਦੇ ਵਿੱਚ ਫਿੱਟ ਬਹਿੰਦਾ ਹੈ ਨਾ, ਉਹੀ ਹੋਵੇਗਾ। ਕੋਈ ਜਾਣਾ ਆਪਣਾ ਹੁਕਮ ਉਹਨਾਂ ਤੇ ਚਲਾ ਨਹੀਂ ਸਕਦਾ। ਪੁਜਾਰੀ ਵਾਲੇ ਰੱਬ ਤੇ ਤੁਸੀਂ ਹੁਕਮ ਚਲਾ ਸਕਦੇ ਨਾ, ਪੁਜਾਰੀ ਨੂੰ ਭੇਟਾ ਦੇ ਦਿੱਤੀ ਵੀ ਆ ਅਰਦਾਸ ਕਰ ਦਿਓ ਮੇਰੀ, ਮੇਰੇ ਕਾਰਜ ਪੂਰੇ ਹੋ ਜਾਣਗੇ ਜੀ। Guru Pasha says that law of nature is set, no one can change it. Whatever is going to happen according to that system. The sooner that you accept that fact, the sooner you can start fulfilling your own responsibilities. ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਹਿਣਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। Guru Pasha says that my advice, that my opinion is that law of nature is all pervading. God is within you. That court will happen within you, where you have to judge your own actions, where you have to face your own self. So Guru Pasha says, walk in accordance to that system of nature and fulfill your responsibilities, so that you do not have to live with that fear that you did not do something for the betterment of society. Because when we understand this concept,
that we have responsibilities to fulfill as individuals, we will all start contributing to the progress of society, to the progress of ourselves, to the progress of the people around us, and in turn to the progress of the world. कहते ने मेरी सलाह ये है कि हरेक इंसान उस विधान नूं समझण दी कोशिश करे भी जिद्दां ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ मैं भी ਆਪਣੀਆਂ ਜ਼ਿੰਮੇਵਾਰੀਆਂ ਨਿਭਾਵਾਂ ਤਾਂ ਕਰਕੇ ਅਸੀਂ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੀਏ ਤਾਂ ਕਰਕੇ ਅਸੀਂ ਆਪਣੇ ਆਪ ਤੇ ਇੰਪਰੂਵ ਕਰ ਸਕੀਏ ਆਪਣੇ ਪਰਿਵਾਰ ਦਾ ਮਾਹੌਲ ਉਸ ਨੂੰ ਸੁਧਾਰ ਸਕੀਏ ਤਾਂ ਸਮਾਜ ਦੇ ਲਈ ਅਸੀਂ ਵੀ ਉਸਾਰੂ ਕੰਮ कर सकीए जिवें कि साडियां पातशाह ने कीते सन। सो आओ let us read Gurbani, let us understand Gurbani, let us implement Gurbani into our daily lives so that we may also live life with the same confidence, with the same freedom, with the same courage like our Guru Pasha and like our forefathers lived before us। आओ Gurbani समझ के विचार के आज़ादी नाल अपने फैसले आप लईए जिवें कि साडियां पातशाह ने लए सन। गुरबाणी पढ़ के विचार के ये समझण दी कोशिश करिए कि अज की डेट में मेरिया जिम्मेवारियां की हैं उन्होंने निभाने की कोशिश करिए जिवें कि साडियां पातशाह ने 500 साल पहला समाज नूं दुनिया नूं निभा के विखाइयां। अज लई इन्नियां बेनतियां प्रवान करने जी। दिओ इजाजत, बुलाओ फतेह। वाहिगुरू जी का खालसा, वाहिगुरू जी की फतेह जी।